ਓਮਨੀ ਰਿਐਲਿਟੀ ਦੇ ਸ਼ੋਅ ਵਿੱਚ ਵਾਪਸ ਤੁਹਾਡਾ ਸਵਾਗਤ ਹੈ। ਅਸੀਂ ਫਿਰ ਬਣੇ ਹੋਏ ਹਾਂ ਹਰਮਨਵੀਰ ਜੀ ਅਤੇ ਗੁਰਦੀਪ ਭਾਜੀ ਨਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਜੀ। ਹਰਮਨਵੀਰ ਜੀ, ਤੁਹਾਡੇ ਤੋਂ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਅਗਰ ਕੋਈ ਮਕਾਨ ਖਰੀਦਦਾ ਹੈ ਔਰ ਉਹਦੇ ਕੋਲੋਂ ਪੈਸੇ ਨਹੀਂ ਸੀ, ਤੇ ਪਿੱਛੇ ਜੇ ਉਹਨਾਂ ਨੇ ਕਿਹਾ ਕਿ ਫ੍ਰੀ ਤੁਹਾਡਾ ਰੀਫਾਈਨੈਂਸ ਕਰ ਦਿੰਦੇ, ਉਹ ਰੀਫਾਈਨੈਂਸ ਹੋਇਆ, ਉਹਦਾ ਮਕਾਨ ਬਚ ਗਿਆ, ਹੁਣ ਦੁਬਾਰਾ ਉਹ ਰੀਫਾਈਨੈਂਸ ਕਰਾਉਣਾ ਚਾਹੇ ਤਾਂ ਉਹ ਹੋ ਸਕੇਗਾ? देखो रीफाइनेंस जिन्नी बार मर्जी कराओ, मगर रीफाइनेंस का एक परपस होंदा रीफाइनेंस कराने का कि तुहानूं कोई बेनीफिट होना चाहिए होवे। हुण रीफाइनेंस दी जिहड़ियां डिफरेंट तरीके दी रीफाइनेंस होंदियां ने। एक होंदी रीफाइनेंस तुसीं रेट घटाया अपना, तुहाडा इंटरस्ट रेट ज़्यादा सीगा, 4 सवा 4 तो उत्ते है, तो तुसीं अज दी रेट च रीफाइनेंस करा सकदे हो। लैट्स से तुहाडा घर च एक्विटी हैगी है बहुत ज़्यादा, तुसीं कर लिया सी अज तो 10 साल पहले 2 लाख का, हुण घर हो गया मिलियन का, तुहाडा लोन रह गया 50-60 हज़ार, ਤੁਹਾਨੂੰ 3-4 ਲੱਖ ਦੀ ਲੋੜ ਪੈ ਗਈ, ਕੋਈ ਬੱਚੇ ਦੇ ਕਾਲਜ ਦੀ ਟਿਊਸ਼ਨ ਪੇ ਕਰਨੀ ਹੈ, ਜਾਂ ਤੁਸੀਂ ਲੌਂਗ ਰਨ ਮੂਵ ਕਰਨਾ ਚਾਹੁੰਦੇ ਹੋ, ਇਸ ਘਰ ਨੂੰ ਨਹੀਂ ਵੇਚਣਾ ਚਾਹੁੰਦੇ ਹੋ, ਉਹਨੂੰ ਕਹਿੰਦੇ ਕੈਸ਼ ਆਊਟ ਰੀਫਾਈਨੈਂਸ। ਤੁਸੀਂ ਪੈਸੇ ਕੱਢ ਲਏ ਆਪਣੀ ਐਕੁਇਟੀ 'ਚੋਂ, ਰੇਟ ਵੀ ਘੱਟ ਗਿਆ, ਪੈਸੇ ਵੀ ਕੱਢ ਲਏ। ਤੀਜਾ ਆਉਂਦਾ ਵੇ, ਤੁਸੀਂ 30 ਸਾਲ ਦਾ ਲੋਨ ਲਿਆ ਸੀ, ਅੱਜ 6-7 ਸਾਲ ਹੋ ਗਏ ਦਿੱਤੇ ਹੋਏ, 23 ਸਾਲ ਰਹਿ ਗਏ ਨੇ, ਤੁਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ। ਅੱਜ 15 ਸਾਲ ਦਾ ਰੇਟ ਜੋ ਇਸ ਟਾਈਮ 2.5% ਚੱਲ ਰਿਹਾ, ਤੁਸੀਂ ਉਹਨੂੰ 15 ਸਾਲ 'ਚ ਕਨਵਰਟ ਕਰ ਲਿਆ, ਤੁਹਾਡੀ 23 ਦੇ ਸਿੱਧਾ 15 ਸਾਲ ਰਹਿ ਗਏ। ਹੁਣ ਇਹ ਰੀਫਾਈਨੈਂਸ ਹੁੰਦੀ ਹੈ। ਕਈ ਵਾਰ ਰੀਫਾਈਨੈਂਸ ਹੁੰਦੀ ਜਿਹਦੇ ਤੁਸੀਂ ਜਦੋਂ ਘਰ ਲਿਆ ਸੀ, ਤੁਸੀਂ ਨਾਮ ਐਡ ਕੀਤਾ ਆਪਣੇ ਕਿਸੇ ਰਿਸ਼ਤੇਦਾਰ ਦਾ, ਕੋ ਸਾਈਨ ਕਰਾਇਆ, ਜਾਂ ਬ੍ਰਦਰ ਦਾ, ਕਿਸੇ ਦਾ ਵੀ। ਹੁਣ ਤੁਸੀਂ ਘਰ ਅਲੱਗ ਲੈਣਾ ਚਾਹੁੰਦੇ ਹੋ, ਰੀਫਾਈਨੈਂਸ ਕਰਾ ਕੇ ਉਹਨਾਂ ਦਾ ਨਾਂ ਕਢਾਉਣਾ ਚਾਹੁੰਦੇ ਹੋ, ਉਹਦੇ ਵਾਸਤੇ ਵੀ ਰੀਫਾਈਨੈਂਸ ਕਰਾਉਣੀ ਪੈਂਦੀ ਹੈ, ਕਿਉਂਕਿ ਮੋਰਗੇਜ 'ਚੋਂ ਨਾਮ ਕਢਾਉਣ ਵਾਸਤੇ ਰੀਫਾਈਨੈਂਸ ਹੀ ਹੁੰਦੀ ਹੈ। ਟਾਈਟਲ 'ਚ ਨਾਮ ਕਢਾਉਣਾ ਹੋਵੇ, ਅਟਰਨੀ ਡੀਡ 'ਚ ਨਾਮ ਕੱਢ ਦਿੰਦੇ ਨੇ, ਮਗਰ ਮੋਰਗੇਜ ਵਾਸਤੇ। ਅਤੇ ਇਸ ਕਰਕੇ ਰੀਫਾਈਨੈਂਸ ਜਿਹੜੀਆਂ ਨੇ 4 ਤਰੀਕੇ ਦੀ ਰੀਫਾਈਨੈਂਸ ਹੁੰਦੀਆਂ ਨੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੁਹਾਡਾ ਕੇਸ ਬਾਏ ਕੇਸ ਜੋ ਸਿਨੈਰੀਓ ਤੁਹਾਡਾ ਹੋਏਗਾ। ਕਈ ਵਾਰ ਹੁੰਦਾ ਰੇਟ ਵੀ ਘਟਾ ਲਓ, 15 ਸਾਲ ਵੀ ਕਰ ਲਓ, ਪੈਸੇ ਵੀ ਕੱਢ ਲਓ, ਤਿੰਨੋਂ ਚੀਜ਼ਾਂ ਤੇ ਨਾਮ ਵੀ ਕਢਾ ਲਓ, ਚਾਰੋਂ ਚੀਜ਼ਾਂ ਇੱਕ ਰੀਫਾਈਨੈਂਸ ਹੋ ਸਕਦੀਆਂ ਨੇ। ਅਤੇ ਰੀਫਾਈਨੈਂਸ ਦਾ ਹੁੰਦਾ ਪਰਪਸ ਹੁੰਦਾ ਹੈ ਕਿ ਭਾਵੇਂ 1 ਵਾਰੀ ਕਰਾਓ, 2 ਵਾਰੀ ਕਰਾਓ, 3 ਵਾਰੀ ਕਰਾਓ, ਉਹਦਾ ਇੱਕ ਪਰਪਸ ਹੋਣਾ ਚਾਹੀਦਾ ਵੇ। ਉਹਦੇ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਗੁਰਦੀਪ ਭਾਜੀ, ਤੁਹਾਡੇ ਤੋਂ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਕਿਸੇ ਬੰਦੇ ਨੇ ਜਿੱਦਾਂ ਰੈਂਟ 'ਤੇ ਰਹਿੰਦਾ, ਉਹ ਲੀਜ਼ ਕਰ ਲਈ, ਸਾਲ ਦੀ 2 ਸਾਲ ਦੀ ਲੀਜ਼ ਕਰ ਲਈ, ਉੱਧਰੋਂ ਉਹਨੂੰ ਸੂਤ ਆ ਗਿਆ ਕਿ ਮਕਾਨ ਖਰੀਦਣ ਦਾ। ਹੁਣ ਉੱਧਰ ਲੀਜ਼ ਦੇ ਵਿੱਚ ਫਸਿਆ, ਉਹ ਮਕਾਨ ਖਰੀਦ ਰਿਹਾ, ਤਾਂ ਕੀ ਉਹਦਾ ਕੋਈ ਹੈ ਛੁੱਟਣ ਦਾ ਹੱਲ ਲੀਜ਼ ਤੋਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡੈਫੀਨੇਟਲੀ ਜੀ, ਕਈ ਵਾਰੀ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਬੰਦਾ ਕਿਸੇ ਅਪਾਰਟਮੈਂਟ 'ਤੇ ਰੈਂਟ 'ਤੇ ਰਹਿ ਰਿਹਾ ਹੋਵੇ, 1 ਸਾਲ ਦੀ ਲੀਜ਼ ਸਾਈਨ ਕੀਤੀ ਹੋਈ ਹੈ, ਅਤੇ 5-6 ਮਹੀਨੇ ਹੋ ਗਏ ਘਰ ਰਹਿੰਦਿਆਂ ਨੂੰ, ਅਤੇ ਸਡਨਲੀ ਕੋਈ ਘਰ ਐਸਾ ਅੱਛਾ ਮਿਲ ਗਿਆ, ਪਸੰਦ ਆ ਗਿਆ, ਡੀਲ ਵੀ ਹੋ ਗਈ, ਅਤੇ ਉਹ ਘਰ ਉਹਨਾਂ ਦੀ ਡੀਲ ਫਾਈਨਲ ਹੋ ਜਾਂਦੀ ਹੈ। ਅਤੇ ਫਿਰ ਪ੍ਰੋਬਲਮ ਆਉਂਦੀ ਹੈ ਲੀਜ਼ ਦੇ ਵਿੱਚ ਕਿ ਵੀ ਉਹਨੂੰ ਲੀਜ਼ ਨੂੰ ਆਪਾਂ ਕਿਸ ਤਰ੍ਹਾਂ ਬ੍ਰੇਕ ਆਊਟ ਕਰੀਏ, ਕਿਸ ਤਰ੍ਹਾਂ ਲੀਜ਼ ਵਿੱਚੋਂ ਨਿਕਲੀਏ। ਸਮਟਾਈਮਸ ਕੀ ਹੁੰਦਾ ਵੇ, ਜਿਹੜਾ ਲੈਂਡਲੋਰਡ ਹੁੰਦਾ, ਅਗਰ ਤਾਂ ਤੁਸੀਂ ਕਿਸੇ ਅਪਾਰਟਮੈਂਟ ਜਿਵੇਂ 2 ਫੈਮਿਲੀ 3 ਫੈਮਿਲੀ ਹਾਊਸ ਦੇ ਵਿੱਚ ਰਹਿੰਦੇ ਹੋ, ਉਹਦੇ ਵਿੱਚ ਕੀ ਹੁੰਦਾ ਕਿ ਲੈਂਡਲੋਰਡ ਕਈ ਵਾਰੀ ਤੁਹਾਡੇ ਨਾਲ ਰਹਿੰਦਾ ਹੈ, ਕਈ ਵਾਰੀ ਤੁਸੀਂ ਉਹਨੂੰ ਪਰਸਨਲੀ ਜਾਣਦੇ ਹੋ, ਕਿਉਂਕਿ 6 ਮਹੀਨੇ ਰਹਿੰਦੇ ਹੋ ਗਏ, ਰਿਲੇਸ਼ਨ ਬਣ ਜਾਂਦਾ ਹੈ। ਉਹਨੂੰ ਤੁਸੀਂ ਕਲੀਅਰਲੀ ਕਹਿ ਸਕਦੇ ਹੋ ਕਿ ਦੇਖੋ ਵੀ ਇਹ ਮੇਰੀ ਸਿਚੁਏਸ਼ਨ ਬਣ ਗਈ ਹੈ ਕਿ ਮੈਂ ਤੇਰਾ ਲਾਸ ਨਹੀਂ ਹੋਣ ਦਿੰਦਾ, ਵੀ ਠੀਕ ਹੈ ਵੀ ਮੈਂ ਤੈਨੂੰ 1 ਮਹੀਨੇ ਰੈਂਟ ਐਕਸਟਰਾ ਦੇ ਦੇਵਾਂ, ਜਾਂ ਤੂੰ ਕੋਈ ਆਪਣਾ ਟੈਨੈਂਟ ਲੱਭ ਲੈ, ਵੀ ਮੈਂ ਨੈਕਸਟ ਮੰਥ ਮੈਂ ਮੂਵ ਹੋ ਜਾਵਾਂਗਾ। ਉਹ ਕੋਈ ਐਡਜਸਟਮੈਂਟ ਤੁਸੀਂ ਆਰਾਮ ਨਾਲ ਗੱਲ ਕਰਕੇ ਇੱਕ ਸੈਟਲ ਡਾਊਨ ਕਰ ਦਿੰਦੇ ਹੋ। ਇਹ ਪ੍ਰੋਬਲਮ ਉੱਥੇ ਆਉਂਦੀ ਹੈ ਕਈ ਵਾਰੀ ਜਦੋਂ ਤੁਸੀਂ ਵੱਡੀ ਬਿਲਡਿੰਗ ਦੇ ਵਿੱਚ, ਕਿਸੇ ਵੱਡੀ ਬਿਲਡਿੰਗ ਅਪਾਰਟਮੈਂਟ 'ਚ ਰਹਿੰਦੇ ਹੋ, ਜਿੱਥੇ ਮੈਨੇਜਮੈਂਟ ਕੰਪਨੀਜ਼ ਹੁੰਦੀਆਂ ਨੇ, ਉੱਥੇ ਤੁਹਾਡੀ ਲੀਜ਼ ਬ੍ਰੇਕ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਉਹ ਮੈਨੇਜਮੈਂਟ ਕੰਪਨੀਜ਼ ਕਈ ਵਾਰੀ ਤੁਹਾਨੂੰ ਸਟਕ ਕਰ ਲੈਂਦੀਆਂ ਨੇ, ਕਈ ਵਾਰੀ ਉਹ ਨਹੀਂ ਅਗਰ ਤੁਹਾਡੇ ਨਾਲ ਸੈਟਲਮੈਂਟ ਕਰਦੀਆਂ ਤਾਂ ਤੁਹਾਨੂੰ ਪੂਰੇ ਲੀਜ਼ ਟਾਈਮ ਤੱਕ ਦਾ ਰੈਂਟ ਦੇਣਾ ਪੈਂਦਾ ਹੈ। ਪਰ ਨੋਰਮਲੀ ਅਸੀਂ ਦੇਖਿਆ ਕਿੰਨੀ ਵਾਰੀ, ਕਾਫੀ ਟਾਈਮ ਅਸੀਂ ਦੇਖਿਆ ਵੀ ਕਿ ਐਸੀ ਕਦੇ ਕੋਈ ਪ੍ਰੋਬਲਮ ਆਈ ਨਹੀਂ ਟੈਨੈਂਟਸ ਨੂੰ। ਅਤੇ ਜਦੋਂ ਇੱਕ ਸਪੈਸੀਫਿਕ ਟਾਈਮ ਦੇ ਦਿੰਦਾ, ਜਿਵੇਂ 2 ਮਹੀਨੇ ਪਹਿਲਾਂ ਦੱਸ ਦੇਣ ਜਾਂ ਮਹੀਨਾ ਪਹਿਲਾਂ ਦੱਸ ਦੇਣ ਕਿ ਵੀ ਅਸੀਂ ਘਰ ਲੈ ਰਹੇ ਹਾਂ, ਵੀ ਤੁਸੀਂ ਸਾਨੂੰ ਤੁਹਾਡੀ ਫੇਵਰ ਚਾਹੀਦੀ ਹੈ, ਵੀ ਅਸੀਂ ਇਸ ਲੀਜ਼ ਵਿੱਚੋਂ ਅਸੀਂ 2 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਬ੍ਰੇਕ ਕਰਕੇ ਨਿਕਲਣਾ ਚਾਹੁੰਦੇ ਹਾਂ, ਅਸੀਂ ਘਰ ਲੈਣਾ ਚਾਹੁੰਦੇ ਹਾਂ। ਅਤੇ ਸਮਟਾਈਮਸ ਦੇ ਚਾਰਜ ਸਮ ਅਮਾਊਂਟ 1 ਮਹੀਨੇ ਦਾ ਰੈਂਟ ਲੈ ਲੈਣਗੇ, ਜਾਂ ਕੋਈ ਤੁਹਾਡੀ ਸਿਕਿਉਰਿਟੀ ਤੁਹਾਨੂੰ ਰਿਫੰਡ ਨਹੀਂ ਕਰਨਗੇ, ਤੁਸੀਂ ਉਹ ਸੈਟਲਮੈਂਟ ਕਰ ਲੈਂਦੇ ਹੋ। ਬਟ ਇਹ ਆਪਸ਼ਨਸ ਹੁੰਦੀਆਂ ਨੇ, ਅਤੇ ਇਟਸ ਆਲਵੇਜ਼ ਵਰਕ ਆਊਟ। ਅਤੇ ਜਦੋਂ ਵੀ ਕੋਈ ਐਸੀ ਪ੍ਰੋਬਲਮ ਆਵੇਗੀ, ਤੁਹਾਡਾ ਕੋਈ ਇੱਦਾਂ ਲੀਜ਼ ਦੀ ਕੋਈ ਪ੍ਰੋਬਲਮ ਹੈਗੀ ਹੈ, ਯੂ ਕੈਨ ਆਲਵੇਜ਼ ਕਾਲ ਅਸ, ਟਾਕ ਟੂ ਅਸ, ਵੀ ਵਿਲ ਹੈਲਪ ਯੂ ਆਊਟ ਵਿਦ ਦ ਮੈਨੇਜਮੈਂਟ ਆਲਸੋ। ਹਰਮਨਵੀਰ ਜੀ, ਇੱਕ ਨਾ ਆਪਣੀ ਜਿਹੜੀ ਕਮਿਊਨਿਟੀ ਆ, ਇਹਦੇ ਵਿੱਚ ਇੱਕ ਗੱਲ ਖਾਸ ਹੈ ਕਿ ਬੰਦਾ ਟੈਕਸੀ ਚਲਾਉਂਦਾ ਜਾਂ ਕੋਈ ਹੋਰ ਸੈਲਫ ਇੰਪਲੋਇਡ ਹੈ, ਇਨਕਮ ਹੈ ਉਹਦੀ 1-1.25 ਲੱਖ ਦੀ, ਪਰ ਉਹ ਜਦੋਂ ਖਰਚੇ ਪਾ ਕੇ ਟੈਕਸ ਭਰਨ 'ਤੇ ਆਉਂਦਾ, ਉਹ 25-30 ਹਜ਼ਾਰ ਦੀ ਰਹਿ ਜਾਂਦੀ ਹੈ। ਹੁਣ ਉਹਨੇ ਮਕਾਨ ਖਰੀਦਣਾ, ਅਤੇ ਉਹਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰੋਗੇ? ਦੇਖੋ, ਇਹ ਤਾਂ $1 ਮਿਲੀਅਨ ਦਾ ਕੁਐਸਚਨ ਹੋ ਗਿਆ ਜੀ, ਕਿ ਸਾਡੇ ਕੋਲ ਸਾਡੀ ਕਮਿਊਨਿਟੀ ਵਿੱਚ ਟੈਕਸੀ ਡਰਾਈਵਰ, ਕੰਸਟਰਕਸ਼ਨ ਵਰਕਰ ਸਾਰੇ ਜਿਹੜੇ ਹੈਗੇ ਨੇ,
ਉਹਨਾਂ ਦਾ ਗਰੋਸ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ, ਬਾਅਦ 'ਚੋਂ ਖਰਚੇ ਪਾਏ ਤੇ ਨੈਟ ਇਨਕਮ ਬਹੁਤ ਘੱਟ ਗਈ। ਮੋਰਗੇਜ ਜੋ ਰੂਲ ਹੈਗਾ ਵੇ, ਮੋਰਗੇਜ ਰੂਲ ਹੁੰਦਾ ਕਿ ਬੇਸਡ ਔਨ ਜੋ ਤੁਹਾਡੇ ਖਰਚੇ ਪਾਉਣ ਤੋਂ ਬਾਅਦ ਜੋ ਇਨਕਮ ਹੁੰਦੀ ਸੈਲਫ ਇੰਪਲੋਇਡ ਦੀ। W2 ਇੰਪਲੋਈ ਹੈ ਜਿਹੜਾ ਰੈਗੂਲਰ ਜੌਬ ਤੇ ਜਾਂਦਾ ਵੇ, ਉਹਦੀ ਅਸੀਂ ਅਗਰ 70,000 ਸੈਲਰੀ ਹੈ ਤਾਂ ਅਸੀਂ 70,000 ਯੂਜ਼ ਕਰਦੇ ਹਾਂ, ਭਾਵੇਂ ਉਹਨੂੰ ਮਿਲਦੇ ਨੇ 50-55,000 ਟੈਕਸ ਕੱਟ ਕੇ, ਮਗਰ ਅਸੀਂ ਉਹਦੀ ਇਨਕਮ 70,000 ਯੂਜ਼ ਕਰਦੇ। ਸੈਲਫ ਇੰਪਲੋਇਡ ਦੀ ਅਸੀਂ ਜੋ ਖਰਚੇ ਪਾਉਣ ਤੋਂ ਬਾਅਦ ਜੋ ਨੈਟ ਇਨਕਮ ਮਿਲਦੀ ਹੈ, ਜੋ $25,000 ਤੁਸੀਂ ਹੁਣੇ ਮੈਂਸ਼ਨ ਕੀਤਾ ਤੁਹਾਡੀ ਵੀ ਜੀ ਨੇ, ਉਹ 25,000 ਹੀ ਅਸੀਂ ਯੂਜ਼ ਕਰ ਸਕਦੇ। ਅਤੇ ਇਸ ਕਰਕੇ ਅਸੀਂ ਕੀ ਕਰਦੇ ਹਾਂ ਕਿ ਕਈ ਵਾਰ ਅਸੀਂ ਐਡਵਾਈਜ਼ ਕਰਦੇ ਹਾਂ, ਜਿਵੇਂ 2020 ਦੀ ਟੈਕਸ ਰਿਟਰਨ ਨਹੀਂ ਭਰੀ ਅਤੇ ਤੁਹਾਨੂੰ ਇਨਕਮ ਜਿਹੜੀ ਸੀ ਲੈਸ ਹੈ, ਤੁਹਾਨੂੰ 35-40,000 ਦੀ ਇਨਕਮ ਚਾਹੀਦੀ ਹੈ ਕੁਆਲੀਫਿਕੇਸ਼ਨ ਵਾਸਤੇ, ਅਤੇ ਤੁਹਾਡੇ ਕੋਲ ਅਗਰ ਗੁੰਜਾਇਸ਼ ਹੈਗੀ ਹੈ ਜਾਂ ਤੁਸੀਂ ਕਿਸੇ ਹੋਰ ਕਿਸੇ ਫੈਮਿਲੀ ਮੈਂਬਰ ਜਿਹੜਾ ਉਬਰ ਟੈਕਸੀ ਚਲਾਉਂਦਾ ਹੋਵੇ, ਕਈ ਵਾਰ ਹੁੰਦਾ 2 ਭਰਾ ਚਲਾਉਂਦੇ ਹੁੰਦੇ ਨੇ, ਦੋਨਾਂ ਦੀ ਐਵਰੇਜ, ਜਿਵੇਂ ਅਸੀਂ ਕੱਲ੍ਹ ਇੱਕ ਕੇਸ ਕੀਤਾ, ਸਾਨੂੰ ਫਾਦਰ ਅਤੇ ਸਨ ਦੀ ਇਨਕਮ ਸਾਨੂੰ $50,000 ਦੀ ਚਾਹੀਦੀ ਸੀ, ਤਾਂ ਕਹਿੰਦੇ ਸਾਨੂੰ ਜੀ ਅਸੀਂ ਆਲਮੋਸਟ 46-47,000 ਭਰੀ ਹੋਈ ਸੀ ਪਿਛਲੇ 2019 ਦੇ ਵਿੱਚ, ਹੁਣ ਸਾਨੂੰ 50 ਚਾਹੀਦੀ ਸੀਗੀ, ਅਤੇ ਉਹ 50 ਅਸੀਂ ਕਿ ਦੇਖੀ, ਅਤੇ ਕਿਉਂਕਿ ਉਹਨਾਂ ਦੇ ਕੋਲ W2 ਇਨਕਮ ਵੀ ਸੀਗੀ ਘਰ ਦੇ ਵਿੱਚ, ਅਤੇ 50 ਦੀ ਇਨਕਮ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਇਨਕਮ ਵਧਾਉਣੀ ਪਈ ਅਤੇ ਸਾਡਾ ਲੋਨ ਕੁਆਲੀਫਾਈ ਹੋ ਗਿਆ। ਅਤੇ ਇਹ ਟ੍ਰਿਕੀ ਕੁਐਸਚਨ ਹੈਗਾ ਵੇ, ਇਹਦਾ ਆਨਸਰ ਬੜਾ ਮੁਸ਼ਕਿਲ ਹੁੰਦਾ ਵੇ, ਅਸੀਂ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸ ਸਕਦੇ ਹਾਂ, ਸਾਨੂੰ ਤੁਸੀਂ ਕਾਲ ਕਰੋ, ਸਾਡੇ ਕੋਲ ਆ ਸਕਦੇ ਹੋ, ਅਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਅਗਰ 2020 ਦੀ ਰਿਟਰਨ ਨਹੀਂ ਫਾਈਲ ਕੀਤੀ, ਅਗਰ ਫਾਈਲ ਕਰ ਚੁੱਕੇ ਹੋ ਉਹਦਾ ਫਿਰ ਕੋਈ ਸੋਲੂਸ਼ਨ ਨਹੀਂ ਹੁੰਦਾ, ਕਿਉਂਕਿ ਅਮੈਂਡਡ ਟੈਕਸ ਰਿਟਰਨ ਦੇ ਉੱਤੇ ਬੈਂਕ ਲੋਨ ਨਹੀਂ ਕਰਦੇ। ਅਤੇ ਅਸੀਂ ਕਈ ਵਾਰ ਸਾਡੇ ਕੋਲ ਕੇਸ ਆਉਂਦਾ ਜੀ ਅਸੀਂ ਟੈਕਸ ਰਿਟਰਨ ਫਾਈਲ ਕਰਤੀ, ਸਾਨੂੰ ਬਾਅਦ 'ਚੋਂ ਪਤਾ ਨਹੀਂ ਸੀਗਾ ਸਾਡੀ ਇਨਕਮ ਥੋੜ੍ਹੀ 10,000 ਜ਼ਿਆਦਾ ਸੀਗੀ, ਅਸੀਂ ਅਮੈਂਡ ਕਰ ਲਈ। ਅਮੈਂਡਡ ਟੈਕਸ ਰਿਟਰਨ 'ਤੇ ਲੋਨ ਕਰਨੇ ਬੜੇ ਔਖੇ ਹੁੰਦੇ ਨੇ, ਤੁਹਾਨੂੰ ਵੇਟ ਕਰਨਾ ਪਏਗਾ, ਉਹਦਾ ਇੱਕ ਟਾਈਮ ਪੀਰੀਅਡ ਹੁੰਦਾ ਵੇ ਕਿ ਤੁਸੀਂ 6-7 ਮਹੀਨੇ ਵੇਟ ਕਰੋ, ਉਸ ਤੋਂ ਬਾਅਦ ਤੁਸੀਂ ਘਰ ਵੇਖੋ, ਤਾਂ ਅਸੀਂ ਕਨਵਿੰਸ ਕਰ ਸਕਦੇ ਹਾਂ ਬੈਂਕ ਨੂੰ ਕਿ ਤੁਸੀਂ ਅਮੈਂਡਡ ਟੈਕਸ ਰਿਟਰਨ ਕੀਤੀ ਸੀਗੀ, ਇਨਕਮ ਸ਼ੋ ਨਹੀਂ ਕੀਤੀ, ਗਲਤੀ ਹੋ ਗਈ, ਹੁਣ ਸਾਡੀ ਇਨਕਮ ਹੈ ਐਕਚੁਅਲ ਇਨਕਮ ਹੈਗੀ ਹੈ, ਉਹਦੇ ਵਾਸਤੇ ਤੁਸੀਂ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿ ਕਿਵੇਂ ਪੋਸੀਬਲ ਸਿਚੁਏਸ਼ਨ ਤੁਹਾਡੀ ਸੋਲਵ ਹੋ ਸਕਦੀ ਹੈ ਔਰ ਤੁਸੀਂ ਕਰ ਲੈ ਸਕਦੇ ਹੋ। ਗੁਰਦੀਪ ਭਾਜੀ, ਮਕਾਨ ਜਦੋਂ ਵਿਕਣਾ ਸ਼ੁਰੂ ਹੁੰਦਾ ਹੈ ਫੋਰਕਲੋਜ਼ਰ ਤੋਂ ਪਹਿਲਾਂ ਕਹਿੰਦੇ ਸ਼ਾਰਟ ਸੇਲ 'ਤੇ ਬੰਦੇ ਨੇ ਕੋਈ ਮਕਾਨ ਖਰੀਦਣਾ ਹੋਵੇ, ਉਹ ਖਰੀਦ ਸਕਦਾ? ਕਿੱਦਾਂ ਖਰੀਦ ਸਕਦਾ? ਕੀ ਉਹ ਖਰੀਦਣਾ ਇੱਕ ਚੰਗਾ ਕੰਮ ਹੈ? ਉਸ ਬੰਦੇ ਨੂੰ ਖਰੀਦਣਾ ਚਾਹੀਦਾ ਕਿ ਨਹੀਂ ਖਰੀਦਣਾ ਚਾਹੀਦਾ? ਇਹਦੇ ਸਾਰੇ ਆਸਪੈਕਟ ਮੈਨੂੰ ਦੱਸੋ। ਦੇਖੋ, ਸ਼ਾਰਟ ਸੇਲ ਵਾਲਾ ਜਿਹੜਾ ਘਰ ਹੁੰਦਾ ਉਹਨੂੰ ਅਸੀਂ ਪ੍ਰੀ ਫੋਰਕਲੋਜ਼ਰ ਵੀ ਕਹਿ ਦਿੰਦੇ ਹਾਂ। ਨਾਰਮਲੀ ਜਿਹੜਾ ਓਨਰ ਹੁੰਦਾ ਹੈ ਉਹ ਪ੍ਰੋਬਲਮ ਵਿੱਚ ਆ ਜਾਂਦਾ ਵੇ, ਉਹਨੂੰ ਮੌਰਗੇਜ ਅਫੋਰਡ ਨਹੀਂ ਹੁੰਦੀ ਅਤੇ ਉਹ ਮੌਰਗੇਜ ਦੇਣੀ ਬੰਦ ਕਰ ਦਿੰਦਾ ਵੇ, ਅਤੇ ਇਹ ਪ੍ਰੋਸੈਸ ਚੱਲਦਾ ਵੇ 2 ਸਾਲ 3 ਸਾਲ। ਅਤੇ ਇਨ ਦਾ ਮੀਨ ਟਾਈਮ ਬੈਂਕ ਉਹਨੂੰ ਕਹਿੰਦਾ ਕਿ ਠੀਕ ਹੈ ਵੀ ਜਾਂ ਤਾਂ ਤੂੰ ਪੇਮੈਂਟ ਦੇ ਜਾਂ ਇਹਨੂੰ ਘਰ ਨੂੰ ਸ਼ਾਰਟ ਸੇਲ ਕਰ। ਸ਼ਾਰਟ ਸੇਲ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਬਾਇਰ ਲੱਭਦੇ ਹਾਂ, ਬਾਇਰ ਲੱਭਣ ਤੋਂ ਬਾਅਦ ਅਸੀਂ ਬੈਂਕ ਨਾਲ ਨੈਗੋਸ਼ੀਏਟ ਕਰਨਾ ਸਟਾਰਟ ਕਰਦੇ ਹਾਂ, ਅਤੇ ਜਿਹੜਾ ਇਹ ਪ੍ਰੋਸੀਜਰ ਇਟਸ ਨਾਟ ਲਾਈਕ ਅ ਸਮਾਲ ਪ੍ਰੋਸੀਜਰ, ਇਟਸ ਅ ਲੈਂਥੀ ਪ੍ਰੋਸੀਜਰ। ਕਈ ਵਾਰੀ ਕੀ ਹੁੰਦਾ ਹੈ ਬਾਹਰ ਇੱਕ ਘਰ ਲੈ ਕੇ ਕੰਟਰੈਕਟ ਕਰਕੇ ਸਟਕ ਹੋ ਜਾਂਦਾ ਵੇ, ਸਟਕ ਹੁੰਦਾ ਉਹਨੂੰ 6 ਮਹੀਨੇ ਤੋਂ ਲੈ ਕੇ ਸਾਲ 1.5 ਸਾਲ ਵੀ ਲੱਗ ਜਾਂਦਾ ਵੇ, ਬੈਂਕ ਨਾਲ ਨੈਗੋਸ਼ੀਏਟ ਕਰਦੇ ਆ, ਬੈਕ ਐਂਡ ਫੋਰਥ ਚੱਲਦਾ ਰਹਿੰਦਾ। ਠੀਕ ਹੈ, ਘਰ ਤੁਹਾਨੂੰ ਡੈਫੀਨੇਟਲੀ $1.5 ਲੱਖ ਸਸਤਾ ਮਿਲਦਾ ਹੈ ਮਾਰਕੀਟ ਵੈਲਿਊ ਨਾਲੋਂ, ਬਟ ਇਟਸ ਅ ਲੌਂਗ ਪ੍ਰੋਸੈਸ। ਫਿਰ ਉਸ ਤੋਂ ਬਾਅਦ ਕੀ ਹੁੰਦਾ ਵੇ, ਜਦੋਂ ਅਸੀਂ ਲਾਸਟ ਮੂਮੈਂਟ 'ਤੇ ਪਹੁੰਚਦੇ ਹਾਂ, ਨੈਗੋਸੀਏਸ਼ਨ ਹੋ ਜਾਂਦੀ ਹੈ, ਅਤੇ ਜਿਹੜਾ ਓਨਰ ਹੁੰਦਾ ਉਹ ਨੈਗਲੈਕਟ ਕਰਦਾ ਹੈ ਘਰ ਨੂੰ, ਕਿਉਂਕਿ ਉਹਦੇ ਕੋਲ ਪੈਸੇ ਹੁੰਦੇ ਨਹੀਂ, ਉਹਨੇ ਘਰ ਛੱਡਣਾ ਹੁੰਦਾ ਹੈ, ਅਤੇ ਉਹ ਨਿਗਲੈਕਟ ਕਰਦਾ ਘਰ ਨੂੰ, ਘਰ ਦੀ ਰਿਪੇਅਰ ਨਹੀਂ ਕਰੇਗਾ ਜਾਂ ਘਰ ਨੂੰ ਕੋਈ ਠੀਕ ਨਹੀਂ ਕਰਾਏਗਾ। ਸਮਟਾਈਮਸ ਕੀ ਹੁੰਦਾ ਵੇ, ਉਹਦੇ 'ਚ ਵਾਇਲੇਸ਼ਨਸ ਨਿਕਲ ਆਉਂਦੀਆਂ ਨੇ। ਵਾਇਲੇਸ਼ਨਸ ਵੀ ਐਸੀਆਂ ਨਿਕਲਦੀਆਂ ਨੇ ਕਿ ਬੈਂਕ ਕਹਿੰਦਾ ਹੈ ਕਿ ਨੋ ਆਈ ਐਮ ਨਾਟ ਗਿਵਿੰਗ ਯੂ ਦਾ ਲੋਨ ਔਨ ਦਿਸ ਪ੍ਰੋਪਰਟੀ ਬਿਕੋਜ਼ ਉਹਦੇ 'ਤੇ ਵਾਇਲੇਸ਼ਨਾਂ ਹੈਗੀਆਂ ਨੇ। ਅਤੇ ਉਸ ਸਿਚੁਏਸ਼ਨ 'ਤੇ ਕੀ ਹੁੰਦਾ ਵੇ ਕਿ ਆਈਦਰ ਯੂ ਹੈਵ ਟੂ ਬਾਏ ਆਲ ਕੈਸ਼ ਜਾਂ ਤੁਹਾਨੂੰ ਹਾਰਡ ਮਨੀ ਚੁੱਕਣੀ ਪੈਂਦੀ ਹੈ। ਹਾਰਡ ਮਨੀ ਫਿਰ ਹਰ ਬੰਦੇ ਨੂੰ ਮਿਲ ਨਹੀਂ ਪਾਉਂਦੀ, ਪ੍ਰਾਇਮਰੀ ਹਾਊਸ 'ਤੇ ਹਾਰਡ ਮਨੀ ਨਹੀਂ ਮਿਲਦੀ। ਆਲ ਕੈਸ਼ 4 ਲੱਖ 5 ਲੱਖ ਕੱਢਣਾ ਇਟਸ ਵੈਰੀ ਟਫ ਫॉर ਕਾਮਨ ਪਰਸਨ। ਅਤੇ ਸ਼ਾਰਟ ਸੇਲ ਜਿਹੜੀ ਹੁੰਦੀ ਹੈ ਉਹ ਨਾਰਮਲੀ ਕੀ ਹੁੰਦੀ ਹੈ ਕਿ ਇੱਕ ਇਨਵੈਸਟਮੈਂਟ ਵਾਸਤੇ ਇੱਕ ਇਨਵੈਸਟਰ ਦੀ ਗੇਮ ਹੋ ਜਾਂਦੀ ਹੈ, ਕਿਉਂਕਿ ਇਨਵੈਸਟਰ ਦੇ ਕੋਲ ਕੈਸ਼ ਪੈਸਾ ਹੁੰਦਾ ਹੈ, ਉਹ ਕੀ ਕਰਦਾ ਹੈ ਕਿ ਆਲ ਕੈਸ਼ ਖਰੀਦ ਲੈਂਦਾ ਹੈ। ਬੈਂਕ ਵੀ ਉਹਨੂੰ ਹੀ ਪ੍ਰੈਫਰ ਕਰਦੇ ਨੇ, ਬੈਂਕ ਵੀ ਲੋਨ ਨੂੰ ਪ੍ਰੈਫਰ ਨਹੀਂ ਕਰਦੇ। ਜਦੋਂ ਬੈਂਕ ਕੋਲ ਆਲ ਕੈਸ਼ ਦੀ ਆਫਰ ਆਉਂਦੀ ਹੈ, ਬੈਂਕ ਉਹਨਾਂ ਨੂੰ ਜਲਦੀ ਉਹਨਾਂ ਦੀ ਕਲੋਜ਼ਿੰਗ ਕਰਦੇ ਨੇ, ਅਤੇ ਉਹ ਫਿਰ ਕੀ ਕਰਦੇ ਨੇ ਸ਼ਾਰਟ ਸੇਲ 'ਚ ਖਰੀਦ ਕੇ ਘਰ ਨੂੰ ਰਿਪੇਅਰ ਕਰਾ ਕੇ ਵਾਇਲੇਸ਼ਨ ਵਗੈਰਾ ਰਿਮੂਵ ਕਰਾ ਕੇ ਵਾਪਸ ਮਾਰਕੀਟ 'ਚ ਲਿਆਉਂਦੇ ਨੇ, ਅਤੇ ਉਹ ਥੋੜ੍ਹਾ 50,000 7,000 60,000 70,000 ਦੀ ਪ੍ਰੋਫਿਟ ਲੈ ਕੇ ਵੇਚਦੇ ਨੇ। ਅਤੇ ਬੇਸਿਕਲੀ ਸ਼ਾਰਟ ਸੇਲ ਫੋਰਕਲੋਜ਼ਰ ਇੱਕ ਇਨਵੈਸਟਰ ਦੀ ਗੇਮ ਹੋ ਜਾਂਦੀ ਹੈ। ਇਟਸ ਵੈਰੀ ਹਾਰਡ ਟੂ ਫॉर ਅ ਕਾਮਨ ਬਾਇਰ ਟੂ ਗੈਟ ਅ ਸ਼ਾਰਟ ਸੇਲ ਆਰ ਅ ਫੋਰਕਲੋਜ਼ਰ ਹਾਊਸ। ਹਰਮਨਵੀਰ ਜੀ, ਇੱਕ ਹੋਰ ਇਹਨਾਂ ਦੀ ਗੱਲ ਦੇ ਵਿੱਚੋਂ ਇਹ ਗੱਲ ਮੈਂ ਜਿਹੜੀ ਕੱਢੀ ਹੈ ਕਿ ਮਕਾਨ ਹੁੰਦਾ 7-8 ਲੱਖ ਦਾ, ਉਹ ਮਾਰਕੀਟ ਦੇ ਵਿੱਚ ਆਉਂਦਾ ਜੀ 4 ਲੱਖ ਦਾ 3.5 ਲੱਖ ਦਾ, ਪਰ ਉਹਦੇ 'ਚ ਲਿਖਿਆ ਹੁੰਦਾ ਕਿ ਡੂ ਨਾਟ ਡਿਸਟਰਬ ਦਾ ਆਕੂਪੈਂਟ। ਉਹ ਕੀ ਚੱਕਰ ਹੈ? ਦੇਖੋ, ਘਰ ਹੁੰਦੇ ਨੇ, ਜਿਵੇਂ ਘਰ ਕੋਈ ਫੋਰਕਲੋਜ਼ ਹੋ ਗਿਆ, ਘਰ ਆਕਸ਼ਨ 'ਚ ਗਿਆ, ਘਰ ਵਿਕ ਗਿਆ, ਘਰ ਦੇ ਵਿੱਚ ਟੈਨੈਂਟ ਰਹਿ ਰਹੇ ਨੇ ਜਾਂ ਪ੍ਰੀਵੀਅਸ ਓਨਰ ਰਹਿ ਰਿਹਾ, ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਬਾਦਰ ਨਾ ਕਰੋ, ਕਿਉਂਕਿ ਉਹ ਕਈ ਵਾਰ ਹੁੰਦਾ ਟੈਨੈਂਟ ਜਾ ਕੇ ਪੁਲਿਸ ਨੂੰ ਕਾਲ ਕਰ ਦਿੰਦਾ
ਕਿ ਵੀ ਸਾਨੂੰ ਬਾਦਰ ਨਾ ਕਰੋ, ਸਾਨੂੰ ਲੋਕ ਤੰਗ ਕਰਦੇ ਪਏ ਨੇ, ਘੰਟੀ ਮਾਰ ਕੇ ਪੁੱਛਦੇ ਨੇ ਘਰ ਸਾਡਾ, ਘਰ ਸਾਨੂੰ ਨਹੀਂ ਪਤਾ ਕਿਹਦਾ ਘਰ ਹੈਗਾ ਵੇ, ਘਰ ਆਕਸ਼ਨ ਹੋ ਗਿਆ, ਕਿਸੇ ਨੇ ਲੈ ਲਿਆ। ਉਹ ਥੋੜ੍ਹਾ ਜਿਹਾ ਡਿਫੀਕਲਟ ਜਿਹਾ ਮੈਟਰ ਹੁੰਦਾ ਵੇ, ਕਿਉਂਕਿ ਤੁਹਾਨੂੰ ਫਿਰ ਐਵਿਕਸ਼ਨ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ ਵੇ। ਤੇ ਉਹ ਘਰ ਜਿਹੜੇ ਤਾਂ ਹੀ ਸਸਤੇ ਮਿਲਦੇ ਨੇ ਕਿਉਂਕਿ ਫੁੱਲ ਆਫ ਹੈਡੇਕ ਹੁੰਦੇ ਨੇ। ਸਾਡੇ ਇੱਕ ਕਲਾਇੰਟ ਨੇ ਘਰ ਲਿਆ ਸੀ, ਉਹਨਾਂ ਨੇ ਅੱਜ 2-3 ਸਾਲ 2.5 ਸਾਲ ਪਹਿਲੇ ਅਸੀਂ ਐਡਵਾਈਸ ਕੀਤਾ ਸੀ ਕਿ ਤੁਸੀਂ ਨਾ ਲਓ। ਉਹਨਾਂ ਨੇ ਘਰ ਲੈ ਲਿਆ, ਕਿਸੇ ਹੋਰ ਕੋਲ ਮੋਰਗੇਜ ਕਰਾ ਲਈ, ਕਿਸੇ ਹੋਰ ਅਟਰਨੀ ਵੀ ਉਹਨਾਂ ਨੇ ਕਰਤਾ, ਰੀਅਲਟਰ ਸਭ ਮਿਲੇ ਹੋਏ ਸੀਗੇ। ਉਹਨਾਂ ਨੂੰ ਘਰ ਲਿਆ ਤਾਂ 2.5-3 ਲੱਖ ਘਰ ਸਸਤਾ ਸੀਗਾ। ਮਗਰ ਉਹ ਅੱਜ 2.5-3 ਸਾਲ ਹੋ ਗਏ ਨੇ, ਦੋਨੋਂ ਕਿਰਾਏਦਾਰ ਨਿਕਲੇ ਨਹੀਂ। ਉਹਨਾਂ ਨੇ ਕਿਰਾਏਦਾਰ ਨੇ, ਇੱਕ ਉਹਨਾਂ 'ਚੋਂ ਓਨਰ ਹੈਗਾ ਵੇ, ਉਹਨਾਂ ਨੇ ਬਾਰ-ਬਾਰ ਤੰਗ ਕਰਦੇ ਪਏ ਨੇ। ਕਈ ਵਾਰ ਪ੍ਰਾਪਰਟੀ ਸਸਤੀ ਲੱਗਦੀ ਹੈ ਮਗਰ ਹੈਡੇਕ ਨਹੀਂ ਆਉਂਦੀਆਂ ਨੇ, ਤੁਹਾਡੇ ਕੋਲ ਟਾਈਮ ਨਹੀਂ ਆਉਂਦਾ, ਤੁਸੀਂ ਆਪਣੇ ਕੰਮਾਂ ਕਾਰ ਵਾਲੇ ਬੰਦੇ ਹੈਗੇ ਹੋ, ਆਪਣੇ ਜਾਂਦੇ ਹੋ ਜੌਬਾਂ 'ਤੇ ਛੁੱਟੀਆਂ ਕਰਕੇ ਕਿੱਥੇ ਵਕੀਲਾਂ ਕੋਲ ਜਾਓਗੇ, ਕੋਰਟ 'ਚ ਜਾਓਗੇ। ਅਤੇ ਉਹਦੇ ਵਾਸਤੇ ਬੀ ਕੇਅਰਫੁਲ। ਪ੍ਰਾਈਸ ਟੈਂਪਟੇਸ਼ਨ ਹੁੰਦੀ ਹੈ। ਕਈ ਵਾਰ ਰੀਅਲਟਰ ਤੁਹਾਨੂੰ ਗਲਤ ਐਡਵਾਈਸ ਕਰਦੇ ਨੇ, ਨਹੀਂ ਜੀ ਡੋਂਟ ਵਰੀ, ਅਸੀਂ ਇਹਨਾਂ ਨੂੰ ਬਾਹਰ ਕੱਢ ਦਾਂਗੇ, 6 ਮਹੀਨੇ ਸਾਡਾ ਐਗਰੀਮੈਂਟ ਹੋ ਗਿਆ ਹੈ, ਇਹ ਸਾਲ 'ਚ ਬਾਹਰ ਨਿਕਲ ਜਾਣਗੇ, ਇਹ ਕਰ ਦਾਂਗੇ। ਉਹ ਸਭ ਐਗਰੀਮੈਂਟ ਜਿਹੜੇ ਨੇ ਜ਼ੀਰੋ ਹੋ ਜਾਂਦੇ ਨੇ ਜਦੋਂ ਤੁਸੀਂ ਉਹ ਕਲੋਜ਼ਿੰਗ ਹੋ ਗਈ, ਰੀਅਲਟਰ ਸਭ ਦੌੜ ਗਏ, ਅਟਰਨੀ ਲੱਭਦੇ ਨਹੀਂ, ਪੇਪਰ ਵਰਕ ਇਨਕੰਪਲੀਟ ਹੁੰਦਾ ਵੇ। ਕਈ ਵਾਰ ਕੰਪਨੀਆਂ ਜਿਹੜੀ ਖੋਲ੍ਹ ਕੇ ਉਹ ਕੰਪਨੀਆਂ ਦੇ ਨਾਮ 'ਤੇ ਬਾਏ ਕਰਦੇ ਨੇ, ਫਿਰ ਉਹ ਕੰਪਨੀ ਨੂੰ ਤੁਹਾਨੂੰ ਵੇਚ ਦਿੰਦੇ ਨੇ, ਕੰਪਨੀਆਂ ਦੇ ਕੋਈ ਟੈਕਸਿਸ ਡਿਊ ਹੁੰਦੇ ਨੇ, ਜਿਸ ਤੋਂ ਫੁੱਲ ਆਫ ਹੈਡੇਕ। ਅਸੀਂ ਐਡਵਾਈਸ ਕਰਦੇ ਹਾਂ ਕਿ ਜਦੋਂ ਇਹੋ ਜਿਹੀ ਜਦੋਂ ਕਹਿੰਦੇ ਨੇ ਇੰਗਲਿਸ਼ 'ਚ ਟੂ ਗੁੱਡ ਟੂ ਬੀ ਟਰੂ, ਇਟ ਇਜ਼ ਸਮਟਾਈਮ ਇਜ਼ ਨਾਟ ਟਰੂ ਐਂਡ ਇਟ ਇਜ਼ ਟਰੂ। ਅਤੇ ਇਹ ਕੁਐਸਚਨ ਜਿਹੜਾ ਕਿ ਟਰੂ ਹੈ ਨਹੀਂ ਹੈ, ਇਹ ਪ੍ਰੋਫੈਸ਼ਨਲ ਲੋਕ ਜਿਹੜੇ ਸਾਡੇ ਵਰਗੇ ਬੰਦੇ, ਸਾਨੂੰ ਪਤਾ ਲੱਗ ਜਾਂਦਾ ਵੇ ਕਿ ਕੋਈ ਵੀ ਪ੍ਰਾਪਰਟੀ ਅਗਰ ਇੰਨੀ ਸਸਤੀ ਮਿਲਦੀ ਹੋਏਗੀ ਤਾਂ ਇਨਵੈਸਟਰ ਤੁਹਾਨੂੰ ਲੈ ਕੇ ਨਹੀਂ ਦੇਗਾ। ਅਗਰ 8 ਲੱਖ ਦੀ ਪ੍ਰਾਪਰਟੀ 4 ਲੱਖ 'ਚ ਮਿਲ ਰਹੀ ਹੈ, ਇਨਵੈਸਟਰ ਆਪ ਹੀ ਬਾਏ ਕਰ ਲਏਗਾ ਅਗਰ ਉਹ ਸਾਫ਼ ਸੁਥਰੀ ਹੋਏਗੀ, ਕਲੀਨ ਹੋਏਗੀ। ਉਹ ਤੁਹਾਨੂੰ ਤਾਂ ਹੀ ਦੇ ਰਿਹਾ ਹੈ ਕਿ ਉਹਦੇ 'ਚ ਹੈਡੇਕ ਹੈਗੀ ਹੈ। ਉਹ ਇਸ ਕਰਕੇ ਬੀ ਕੇਅਰਫੁਲ, ਆਪਣੇ ਇਹੋ ਜਿਹੇ ਚੱਕਰ 'ਚ ਨਾ ਪਾਓ। ਸਾਨੂੰ ਬੜੀਆਂ ਕਾਲ ਆਉਂਦੀਆਂ ਸੀ ਜੀ, ਆਨਲਾਈਨ ਦੇਖਿਆ, ਜ਼ਿਲੋ ਦੇਖਿਆ, ਸਾਨੂੰ 2.5 ਲੱਖ ਦਾ ਘਰ ਵੇਖਿਆ। ਘਰ ਲੈਣ ਜਾਓ, ਪਹਿਲੀ ਗੱਲ ਤਾਂ ਘਰੋਂ ਮਿਲਦਾ ਨਹੀਂ ਹੈ ਕਿ ਫਾਲਸ ਐਡਵਰਟਾਈਜ਼ਿੰਗ ਕੀਤੀ ਹੁੰਦੀ ਹੈ, ਏਜੰਟਸ ਨੇ ਲਿਸਟਿੰਗਾਂ ਗਲਤ ਪਾਈਆਂ ਹੁੰਦੀਆਂ ਨੇ। ਅਗਰ ਕੋਈ ਹੋਏਗਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਪ੍ਰੋਬਲਮ ਹੋਏਗੀ, ਵਾਇਲੇਸ਼ਨ ਹੋਣਗੀਆਂ, ਆਕੂਪੈਂਟ ਪ੍ਰੋਬਲਮ ਹੋਏਗੀ, ਕੋਈ ਨਾ ਕੋਈ ਇਸ਼ੂ ਹੋਏਗਾ। ਅਗਰ ਉਹ ਡੀਲ ਅੱਛੀ ਹੈ, ਉਹ ਤੁਹਾਨੂੰ ਮਿਲਣ ਦੇ ਚਾਂਸਿਸ ਬਹੁਤ ਘੱਟ ਨੇ। ਇਨਵੈਸਟਰ ਜਿਹੜੇ ਨੇ, ਰੀਅਲਟਰ ਨੇ, ਅੱਜ ਕੱਲ੍ਹ ਤਕਰੀਬਨ ਰੀਅਲਟਰ ਸਾਰੇ ਹੀ ਇਨਵੈਸਟਰਸ ਨਾਲ ਕੰਮ ਕਰਦੇ ਨੇ, ਉਹ ਕਿਸੇ ਨਾ ਕਿਸੇ ਨੂੰ ਦਵਾ ਦੇਣਗੇ। ਸੋ ਬੀ ਕੇਅਰਫੁਲ। ਅਗਰ ਸਿਚੁਏਸ਼ਨ ਇਹੋ ਜਿਹੀ ਆਉਂਦੀ ਹੈ, ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਦੇਖ ਕੇ ਸਾਡੇ ਕੋਲ ਐਕਸੈਸ ਹੁੰਦਾ ਵੇ, ਤੁਹਾਨੂੰ ਅਸੀਂ ਦੱਸ ਸਕਦੇ ਹਾਂ ਕਿ ਵੀ ਪ੍ਰਾਪਰਟੀ ਹੈ ਲੋਕਲ ਅਗਰ ਏਰੀਆ 'ਚ ਹੈਗੀ ਹੈ, ਕਿ ਪ੍ਰਾਪਰਟੀ ਦੇ ਪਿੱਛੇ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ। ਅੱਜ ਦੇ ਸਾਡੇ ਐਪੀਸੋਡ ਦਾ ਸਮਾਂ ਹੁਣ ਸਮਾਪਤੀ ਵੱਲ ਹੈ, ਪਰ ਮਕਾਨ ਖਰੀਦਣ ਦੀਆਂ ਕੁੰਡੀਆਂ ਹੱਲੇ ਹੋਰ ਬਹੁਤ ਬਾਕੀ ਨੇ। ਛੋਟੀਆਂ ਗੱਲਾਂ, ਵੱਡੀਆਂ ਗੱਲਾਂ ਅਸੀਂ ਵਾਪਸ ਆ ਕੇ ਇਹਨਾਂ ਨਾਲ ਕਰਾਂਗੇ। ਹਰਮਨਵੀਰ ਜੀ, ਗੱਦੀ ਭਾਜੀ, ਤੁਹਾਡਾ ਬਹੁਤ ਧੰਨਵਾਦ। ਔਰ ਵਾਪਸ ਫਿਰ ਆ ਕੇ ਅਸੀਂ ਓਮਨੀ ਰਿਐਲਟੀ ਦੀ ਟੀਮ ਤੋਂ ਨਵੇਂ ਤਰੀਕੇ ਸਿੱਖਾਂਗੇ ਕਿ ਮਕਾਨ ਲੈਣ ਦੇ ਵਿੱਚ ਸੌਖਾ ਤਰੀਕਾ ਕੀ ਹੈ।